गुड मॉर्निंग दोस्तों। डॉक्टर स्टालिनजीत सिंह बराड़, सहायक प्रोफैसर, बाबा फरीद कालेज बठिंडा। ਭੂਮਿਕਾ। ਇੰਟਰਨੈਟ ਦੇ ਆਉਣ ਨਾਲ ਗਿਆਨ ਪਰੰਪਰਾਵਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਪੰਜਾਬੀ ਭਾਸ਼ਾ ਵਿੱਚ ਇਸ ਸਮੇਂ ਬਹੁਤ ਵੈਬਸਾਈਟਾਂ ਹਨ ਜੋ ਗਿਆਨ ਉਤਪਾਦਨ, ਗਿਆਨ ਪ੍ਰਬੰਧਨ ਅਤੇ ਗਿਆਨ ਸੰਚਾਰ ਦਾ ਕਾਰਜ ਕਰ ਰਹੀਆਂ ਹਨ। ਇਹਨਾਂ ਵੈਬਸਾਈਟਾਂ ਨੂੰ ਪੰਜਾਬੀ ਅਧਿਐਨ ਅਤੇ ਅਧਿਆਪਨ ਵਿੱਚ ਸ਼ਾਮਲ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਪੰਜਾਬੀ ਵਿਕੀਪੀਡੀਆ ਪੰਜਾਬੀ ਦੀਆਂ ਪ੍ਰਮੁੱਖ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਨੋਟਸ ਵਿੱਚ ਅਸੀਂ ਵਿਕੀਪੀਡੀਆ ਦੇ ਜਨਮ, ਪੰਜਾਬੀ ਵਿਕੀਪੀਡੀਆ ਦੇ ਜਨਮ, ਵਿਕਾਸ ਅਤੇ ਇਸ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਸ ਤੋਂ ਇਲਾਵਾ ਇਸ ਨੋਟਸ ਵਿੱਚ ਪੰਜਾਬੀ ਵਿਕੀਪੀਡੀਆ ਦੀਆਂ ਨੀਤੀਆਂ, ਇਸ ਦੀ ਕੰਮ ਕਰਨ ਦੀ ਵਿਧੀ, ਇੰਦਰਾਜ, ਦਿੱਖ, ਮੋਬਾਈਲ ਐਪਲੀਕੇਸ਼ਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪੁਆਇੰਟ 1, ਜਾਣ ਪਛਾਣ। 20ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਆਈ ਡਿਜੀਟਲ ਕ੍ਰਾਂਤੀ ਨੇ ਟੈਲੀਵਿਜ਼ਨ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਦੇ ਰਾਹੀਂ ਦੇ ਕਈ ਸਰੋਤਾਂ ਰਾਹੀਂ ਮਨੁੱਖ ਦੇ ਘਰ ਤੱਕ ਗਿਆਨ ਦੀ ਸੌਖੀ ਪਹੁੰਚ ਸ਼ੁਰੂ ਕਰ ਦਿੱਤੀ ਹੈ। ਇੰਟਰਨੈਟ ਇਸ ਸਮੇਂ ਪ੍ਰਚਲਿਤ ਹੋਇਆ ਅਤੇ ਮਨੁੱਖ ਨੂੰ ਦੁਨੀਆ ਦੇ ਗਿਆਨ ਸਰੋਤਾਂ ਦੇ ਦਰਵਾਜ਼ਿਆਂ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇੰਟਰਨੈਟ ਨਾਲ ਮਨੁੱਖ ਦੀ ਹੋਰ ਗਿਆਨ ਸਰੋਤਾਂ 'ਤੇ ਨਿਰਭਰਤਾ ਘਟ ਗਈ। 21ਵੀਂ ਸਦੀ ਦੀ ਸ਼ੁਰੂਆਤ ਤੱਕ ਇੰਟਰਨੈਟ ਗਿਆਨ ਪ੍ਰਾਪਤੀ ਦਾ ਵੱਡਾ ਸਾਧਨ ਬਣ ਗਿਆ ਅਤੇ ਹਰ ਵਿਅਕਤੀ ਦੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ। ਇੰਟਰਨੈਟ ਦੀ ਆਮਦ ਤੋਂ ਬਾਅਦ ਗਿਆਨ ਦੇ ਉਤਪਾਦਨ, ਸੰਭਾਲ ਅਤੇ ਸੰਚਾਰ ਦੀਆਂ ਵਿਧੀਆਂ ਵਿੱਚ ਇਨਕਲਾਬੀ ਤਬਦੀਲੀਆਂ ਆਈਆਂ। ਸਦੀਆਂ ਤੋਂ ਚੱਲੀ ਆ ਰਹੀ ਗਿਆਨ ਪਰੰਪਰਾ ਆਪਣਾ ਰੂਪ ਵਟਾ ਕੇ ਪ੍ਰਿੰਟ ਤੋਂ ਇਲੈਕਟ੍ਰਾਨਿਕ ਮੀਡੀਆ ਦੇ ਵਿੱਚ ਤਬਦੀਲ ਹੋਣ ਲੱਗੀ। ਇੰਟਰਨੈਟ ਦੇ ਆਉਣ ਨਾਲ ਗਿਆਨ ਦੇ ਉਤਪਾਦਨ, ਸੰਭਾਲ ਅਤੇ ਸੰਚਾਰ ਦੇ ਨਵੇਂ ਪਲੇਟਫਾਰਮ ਗੂਗਲ, ਯੂਟਿਊਬ, ਵੈਬਸਾਈਟਾਂ, ਬਲਾਗ ਆਦਿ ਹੋਂਦ ਵਿੱਚ ਆਏ। ਵੱਖ-ਵੱਖ ਸੰਸਥਾਵਾਂ, ਅਦਾਰਿਆਂ ਨੇ ਇੰਟਰਨੈਟ ਯੁੱਗ ਦੇ ਹਾਣ ਦਾ ਹੋਣ ਲਈ ਆਪਣੀਆਂ ਗਿਆਨ ਪਰੰਪਰਾਵਾਂ ਵਿੱਚ ਗੌਲਨਯੋਗ ਤਬਦੀਲੀਆਂ ਕੀਤੀਆਂ। ਮੁੱਢਲੇ ਦੌਰ ਵਿੱਚ ਵੱਖ-ਵੱਖ ਅਦਾਰਿਆਂ, ਸੰਸਥਾਵਾਂ ਨੇ ਪੁਸਤਕਾਂ ਦੇ ਰੂਪ ਵਿੱਚ ਮਿਲਣ ਵਾਲੇ ਆਪਣੇ ਗਿਆਨ ਸਰੋਤਾਂ ਨੂੰ ਆਪੋ ਆਪਣੀਆਂ ਵੈਬਸਾਈਟਾਂ ਉੱਪਰ ਅਪਲੋਡ ਕੀਤਾ, ਜਿਨ੍ਹਾਂ ਵਿੱਚ ਇਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ, ਵਰਲਡ ਬੁੱਕ ਇਨਸਾਈਕਲੋਪੀਡੀਆ ਆਦਿ ਪ੍ਰਮੁੱਖ ਹਨ। ਇਹਨਾਂ ਤੋਂ ਗਿਆਨ ਹਾਸਲ ਕਰਨ ਲਈ ਕੁਝ ਪੈਸੇ ਦੇਣੇ ਪੈਂਦੇ ਹਨ। ਇਹ ਵਿਸ਼ਵਕੋਸ਼ ਵੱਖ-ਵੱਖ ਅਦਾਰਿਆਂ ਨੇ ਬਣਾਏ ਸਨ ਅਤੇ ਇਹਨਾਂ ਵਿਸ਼ਵਕੋਸ਼ਾਂ ਵਿਚਲਾ ਸਾਰਾ ਗਿਆਨ ਕਾਪੀਰਾਈਟ ਅਧੀਨ ਆਉਂਦਾ ਸੀ। ਇੰਟਰਨੈਟ ਦੇ ਆਉਣ ਨਾਲ ਭਾਵੇਂ ਸੂਚਨਾ ਕ੍ਰਾਂਤੀ ਵਿੱਚ ਵੱਡਾ ਬਦਲਾਅ ਆਇਆ, ਪਰ ਇਸ ਦੇ ਬਾਵਜੂਦ ਕੁਝ ਅੜਿੱਕੇ ਸਨ। ਬਹੁਤੀਆਂ ਵੈਬਸਾਈਟਾਂ ਗਿਆਨ ਮੁਫਤ ਮੁਹੱਈਆ ਨਹੀਂ ਕਰਵਾਉਂਦੀਆਂ ਸਨ, ਜਿਸ ਕਰਕੇ ਆਮ ਵਿਅਕਤੀ ਹਾਲੇ ਵੀ ਗਿਆਨ ਤੋਂ ਵਾਂਝਾ ਹੀ ਸੀ। ਮਿਲਦੇ ਜੁਲਦੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਿੰਗਲ ਵਿੰਡੋ ਕਾਊਂਟਰ ਵਰਗੀ ਕੋਈ ਇੱਕ ਵੈਬਸਾਈਟ ਉਪਲਬਧ ਨਹੀਂ ਸੀ। ਇਹਨਾਂ ਸਾਰੀਆਂ ਅਟਕਲਾਂ ਨੂੰ ਕੇਂਦਰ ਵਿੱਚ ਰੱਖ ਕੇ ਵਿਕੀਪੀਡੀਆ ਨੇ ਗਿਆਨ ਦੇ ਸਾਈਬਰ ਸੰਸਾਰ ਵਿੱਚ ਕੰਮ ਕਰਨਾ ਸ਼ੁਰੂ ਕਰਤਾ। ਇੰਟਰਨੈਟ ਉੱਪਰ ਗਿਆਨ ਦੇ ਵਪਾਰਕ ਯੁੱਗ ਵਿੱਚ ਵਿਕੀਪੀਡੀਆ ਨਾਮ ਦੀ ਇੱਕ ਵੈਬਸਾਈਟ ਦਾ ਪ੍ਰਵੇਸ਼ 2001 ਦੇ ਵਿੱਚ ਹੁੰਦਾ ਹੈ, ਜਿਸ ਨੇ ਵਪਾਰਕ ਵਿਸ਼ਵਕੋਸ਼ਾਂ ਦੇ ਮੁਕਾਬਲੇ ਆਪਣੇ ਆਪ ਨੂੰ ਥੋੜ੍ਹੇ ਸਮੇਂ ਵਿੱਚ ਹੀ ਸਥਾਪਿਤ ਕਰ ਲਿਆ। ਇਸ ਵੈਬਸਾਈਟ ਦਾ ਮਕਸਦ ਦੁਨੀਆ ਦੇ ਸਾਰੇ ਗਿਆਨ ਨੂੰ ਇੱਕ ਥਾਂ ਉੱਪਰ ਇਕੱਤਰ ਕਰਨਾ ਸੀ। ਇਸ ਵਿਸ਼ਵਕੋਸ਼ ਵਿੱਚ ਪਹਿਲਾਂ ਤੋਂ ਚੱਲੇ ਆ ਰਹੇ ਵਿਸ਼ਵਕੋਸ਼ਾਂ ਨਾਲੋਂ ਵੱਖਰਤਾਵਾਂ ਸਨ, ਮਤਲਬ ਕਿ ਵੱਖਰੇਵਾਂ ਸੀ। ਵਿਕੀਪੀਡੀਆ ਵਿਸ਼ਵਕੋਸ਼ ਵਿਚਲਾ ਸਾਰਾ ਗਿਆਨ ਕ੍ਰੀਏਟਿਵ ਕਾਮਨਜ਼ ਲਾਇਸੈਂਸਜ਼ ਅਧੀਨ ਆਉਂਦਾ ਹੈ। ਜਿੱਥੇ ਗਿਆਨ ਦੇ ਬਹੁਤੇ ਆਨਲਾਈਨ ਸਰੋਤ ਵਪਾਰ ਅਤੇ ਮੁਨਾਫਾ ਕਮਾਉਣ ਲਈ ਕੰਮ ਕਰ ਰਹੇ ਹਨ ਅਤੇ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਚਲਾਏ ਜਾਂਦੇ ਹਨ, ਉੱਥੇ ਵਿਕੀਪੀਡੀਆ ਮੁਨਾਫੇ ਦੇ ਮਕਸਦ ਤੋਂ ਬਿਨਾਂ ਵੱਧ ਤੋਂ ਵੱਧ ਲੋਕਾਂ ਤੱਕ ਗਿਆਨ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਵਿਕੀਪੀਡੀਆ ਨੂੰ ਗੈਰ ਮੁਨਾਫੇਦਾਰ ਨਾਨ ਪ੍ਰੋਫਿਟੇਬਲ ਸੰਸਥਾ ਦੇ ਵਜੋਂ ਚਲਾਇਆ ਜਾਂਦਾ ਹੈ। ਵਿਕੀਮੀਡੀਆ ਫਾਊਂਡੇਸ਼ਨ ਇਸ ਸੰਸਥਾ ਦੇ ਸੰਚਾਲਕ ਹਨ। ਇਸ ਵਿਸ਼ਵਕੋਸ਼ ਵਿਚਲੇ ਗਿਆਨ ਦਾ ਉਤਪਾਦਨ ਇਸ ਨੂੰ ਚਲਾਉਣ ਲਈ ਸੰਸਥਾ ਨੇ ਨਹੀਂ, ਸਗੋਂ ਵਰਤੋਂਕਾਰਾਂ ਯੂਜ਼ਰ ਨੇ ਕੀਤਾ ਹੈ। ਸ਼ੁਰੂਆਤੀ ਦੌਰ ਵਿੱਚ ਵਿਕੀਪੀਡੀਆ ਅੰਗਰੇਜ਼ੀ ਭਾਸ਼ਾ ਤੱਕ ਹੀ ਸੀਮਿਤ ਸੀ,
ਪਰ ਹੌਲੀ-ਹੌਲੀ ਵਿਕੀਪੀਡੀਆ ਨੇ ਅੰਗਰੇਜ਼ੀ ਭਾਸ਼ਾ ਤੋਂ ਬਿਨਾਂ ਸੰਸਾਰ ਦੀਆਂ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 31 ਮਾਰਚ 2020 ਤੱਕ ਵਿਕੀਮੀਡੀਆ ਫਾਊਂਡੇਸ਼ਨ ਦੀ ਸਰਪ੍ਰਸਤੀ ਅਧੀਨ ਵਿਕੀਪੀਡੀਆ ਸੰਸਾਰ ਦੀਆਂ 309 ਭਾਸ਼ਾਵਾਂ ਦੇ ਵਿੱਚ ਉਪਲਬਧ ਹੈ। ਇਸ ਸਮੇਂ ਅੰਗਰੇਜ਼ੀ ਵਿਕੀਪੀਡੀਆ ਉੱਪਰ 60,45,678 ਲੇਖ ਹਨ। ਅੰਗਰੇਜ਼ੀ ਤੋਂ ਇਲਾਵਾ 17 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਵਿਕੀਪੀਡੀਆ ਦੇ ਲੇਖਾਂ ਦੀ ਗਿਣਤੀ 10 ਲੱਖ ਤੋਂ ਵੀ ਵੱਧ ਹੈ। 66 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਵਿਕੀਪੀਡੀਆ ਦੇ ਲੇਖਾਂ ਦੀ ਗਿਣਤੀ 1 ਲੱਖ ਤੋਂ ਵੀ ਵਧੇਰੇ ਹੈ। 31 ਮਾਰਚ 2020 ਤੱਕ 309 ਭਾਸ਼ਾਵਾਂ ਵਿੱਚ ਉਪਲਬਧ ਹੋਣ ਵਾਲੇ ਵਿਕੀਪੀਡੀਆ ਉੱਪਰ 5,69,69,865 ਲੇਖ ਹਨ। ਇੰਪੋਰਟੈਂਟ ਗੱਲ ਹੈ, ਆਪਾਂ ਇੱਕ ਵਾਰੀ ਫੇਰ ਰਿਪੀਟ ਕਰਦੇ ਹਾਂ। 31 ਮਾਰਚ 2020 ਤੱਕ 309 ਭਾਸ਼ਾਵਾਂ ਵਿੱਚ ਉਪਲਬਧ ਹੋਣ ਵਾਲੇ ਵਿਕੀਪੀਡੀਆ ਉੱਪਰ 5,69,69,865 ਲੇਖ ਹਨ। ਅੰਗਰੇਜ਼ੀ ਵਿਕੀਪੀਡੀਆ ਨੂੰ ਅਲੈਕਸਾ ਸੰਸਾਰ ਦੀਆਂ ਪਹਿਲੀਆਂ 10 ਪਾਪੂਲਰ ਵੈਬਸਾਈਟਾਂ ਦੇ ਵਿੱਚ ਰੱਖਦਾ ਹੈ। ਨੋਟ ਕਰਨ ਵਾਲੀ ਗੱਲ ਹੈ, ਅੰਗਰੇਜ਼ੀ ਵਿਕੀਪੀਡੀਆ ਨੂੰ ਅਲੈਕਸਾ ਜੋ ਇੱਕ ਸਮਾਰਟ ਕੰਪਿਊਟਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਡਾਟਾ ਨੂੰ ਬੋਲਣ ਤੇ ਆਪਣੇ ਕੱਢਦਾ ਹੈਗਾ ਅਲੈਕਸਾ, ਉਹ ਇਹਨੂੰ ਪਹਿਲੀਆਂ 10 ਪਾਪੂਲਰ ਵੈਬਸਾਈਟ ਦੇ ਵਿੱਚ ਰੱਖਦਾ ਹੈ। ਇਸ ਤਰ੍ਹਾਂ ਵਿਕੀਪੀਡੀਆ ਇੰਟਰਨੈਟ ਉੱਪਰ ਇੱਕ ਵੱਡਾ ਗਿਆਨ ਸਰੋਤ ਹੈ ਜੋ ਕੇਵਲ ਅੰਗਰੇਜ਼ੀ ਭਾਸ਼ਾ ਤੱਕ ਸੀਮਿਤ ਨਾ ਹੋ ਕੇ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਪਾਠਕਾਂ ਲਈ ਮੁਫਤ ਰੂਪ ਵਿੱਚ ਉਪਲਬਧ ਹੈ। ਇਸ ਅਧਿਆਇ ਦਾ ਉਦੇਸ਼ ਪੰਜਾਬੀ ਵਿਕੀਪੀਡੀਆ ਦੇ ਇਤਿਹਾਸ, ਪੰਜਾਬੀ ਵਿਕੀਪੀਡੀਆ ਦੀਆਂ ਨੀਤੀਆਂ ਅਤੇ ਪੰਜਾਬੀ ਵਿਕੀਪੀਡੀਆ ਵਿੱਚ ਦਰਜ ਇੰਦਰਾਜਾਂ ਦਾ ਅਧਿਐਨ ਕਰਨਾ ਹੈ। ਪੁਆਇੰਟ ਨੰਬਰ 2, ਵਿਕੀਪੀਡੀਆ। ਵਿਕੀਪੀਡੀਆ ਸ਼ਬਦ ਦੋ ਸ਼ਬਦਾਂ ਦਾ ਸੁਮੇਲ ਹੈ, ਵਿਕੀ ਪਲੱਸ ਪੀਡੀਆ। ਮੂਲ ਰੂਪ ਵਿੱਚ ਵਿਕੀ ਸ਼ਬਦ ਅਮਰੀਕਾ ਦੇ ਹਵਾਈਨ ਟਾਪੂ ਦੀ ਹਵਾਈ ਭਾਸ਼ਾ ਦਾ ਸ਼ਬਦ ਹੈ। ਡਿਕਸ਼ਨਰੀ ਆਫ ਹਵਾਈ ਲੈਂਗੁਏਜ ਅਨੁਸਾਰ ਵਿਕੀ ਦੇ ਅਰਥ ਹਨ ਟੂ ਬੀ ਕੁਇਕ ਇਨ ਡੂਇੰਗ ਅ ਥਿੰਗ, ਕਿਸੇ ਚੀਜ਼ ਨੂੰ ਕਾਹਲੀ ਦੇ ਨਾਲ ਕਰਨਾ ਇਸ ਦਾ ਮਤਲਬ ਹੈ। ਟੂ ਬੀ ਕੁਇਕ ਇਨ ਡੂਇੰਗ ਅ ਥਿੰਗ ਤੋਂ ਲਏ ਗਏ ਹਨ। ਵਿਕੀ ਦਾ ਮਤਲਬ ਕਿਸੇ ਚੀਜ਼ ਨੂੰ ਜਲਦੀ ਦੇ ਨਾਲ, ਫੁਰਤੀ ਦੇ ਨਾਲ ਕਰਨਾ। ਨੈਕਸਟ, ਲੈਕਸੀਕੋ ਡਿਕਸ਼ਨਰੀ ਦੇ ਅਨੁਸਾਰ ਕਿਸੇ ਵੈਬਸਾਈਟ ਜਾਂ ਡਾਟਾਬੇਸ ਨੂੰ ਵਰਤੋਂਕਾਰਾਂ ਦੇ ਸਮੂਹ ਦੁਆਰਾ ਸਹਿਯੋਗੀ ਰੂਪ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਕਿਸੇ ਨੂੰ ਵੀ ਸਮੱਗਰੀ ਸ਼ਾਮਲ ਕਰਨ ਤੇ ਸੋਧਣ ਦੀ ਆਗਿਆ ਦਿੰਦਾ ਹੈ। ਵਿਕੀ ਉਹ ਵੈਬਸਾਈਟ ਹੁੰਦੀ ਹੈ ਜਿਸ ਨੂੰ ਵਰਤੋਂਕਾਰ ਸੋਧ ਸਕਦੇ ਹਨ ਅਤੇ ਉਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਪਰੋਕਤ ਪਰਿਭਾਸ਼ਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਵਿਕੀ ਸ਼ਬਦ ਮੂਲ ਰੂਪ ਵਿੱਚ ਹਵਾਈ ਭਾਸ਼ਾ ਤੋਂ ਆਇਆ ਹੋਇਆ ਸ਼ਬਦ ਹੈ, ਪਰੰਤੂ ਸਮੇਂ ਨਾਲ ਇਹ ਸ਼ਬਦ ਅਰਥ ਪਰਿਵਰਤਿਤ ਕਰਕੇ ਉਸ ਵੈਬਸਾਈਟ ਜਾਂ ਸਾਫਟਵੇਅਰ ਦੀ ਪ੍ਰਤੀਨਿਧਤਾ ਕਰਨ ਲੱਗ ਗਿਆ ਜਿਸ ਗਿਆਨ ਸਮੱਗਰੀ ਨੂੰ ਸਮੂਹਿਕ ਰੂਪ ਵਿੱਚ ਕਿਸੇ ਵਰਤੋਂਕਾਰ ਸਮੂਹ ਯੂਜ਼ਰ ਗਰੁੱਪ ਦੁਆਰਾ ਤਿਆਰ ਅਤੇ ਸੰਪਾਦਿਤ ਕੀਤਾ ਜਾਂਦਾ ਹੈ। ਪੀਡੀਆ ਸ਼ਬਦ ਦੀਆਂ ਜੜ੍ਹਾਂ ਪ੍ਰਾਚੀਨ ਗ੍ਰੀਕ ਭਾਸ਼ਾ ਦੇ ਨਾਲ ਜੁੜਦੀਆਂ ਹਨ। ਸਧਾਰਨ ਸ਼ਬਦਾਂ ਵਿੱਚ ਪੀਡੀਆ ਸ਼ਬਦ ਦੇ ਅਰਥ ਪੈਡਾਗੋਗੀ ਤੋਂ ਲਏ ਜਾਂਦੇ ਹਨ, ਜਿਸ ਦਾ ਅਰਥ ਹੁੰਦਾ ਹੈ ਕੋਈ ਸਿੱਖਣ ਵਾਲੀ ਕਿਤਾਬ। ਵਿਕੀਪੀਡੀਆ ਵਿੱਚ ਪੀਡੀਆ ਸ਼ਬਦ ਇਨਸਾਈਕਲੋਪੀਡੀਆ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸਿੱਖਿਆ ਜਾਂ ਸਿੱਖਣਾ। ਪੀਡੀਆ ਦਾ ਮਤਲਬ ਕੀ ਹੈ? ਸਿੱਖਿਆ ਜਾਂ ਸਿੱਖਣਾ। ਇਸ ਤਰ੍ਹਾਂ ਦੋਵੇਂ ਸ਼ਬਦਾਂ ਦੇ ਸੁਮੇਲ ਤੋਂ ਵਿਕੀਪੀਡੀਆ ਸ਼ਬਦ ਦੇ ਅਰਥ ਸਮਝੇ ਜਾ ਸਕਦੇ ਹਨ। ਅਜਿਹੀ ਗਿਆਨਮਈ ਵੈਬਸਾਈਟ ਜਿਸ ਦੀ ਗਿਆਨ ਸਮੱਗਰੀ ਕਿਸੇ ਵਰਤੋਂਕਾਰ ਸਮੂਹ ਨੇ ਸਮੂਹਿਕ ਰੂਪ ਵਿੱਚ ਤਿਆਰ ਕੀਤੀ ਗਈ ਹੋਵੇ, ਜਿਸ ਵਿੱਚ ਹਰ ਵਿਅਕਤੀ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾ ਸਕਦਾ ਹੋਵੇ ਅਤੇ ਵੈਬਸਾਈਟ ਤੋਂ ਗਿਆਨ ਪ੍ਰਾਪਤ ਕਰ ਸਕਦਾ ਹੋਵੇ। ਵਿਕੀਪੀਡੀਆ ਦੇ ਸ਼ਾਬਦਿਕ ਅਰਥ ਤੋਂ ਅੱਗੇ ਇਸ ਬਾਰੇ ਕਿਹਾ ਜਾ ਸਕਦਾ ਹੈ ਕਿ ਵਿਕੀਪੀਡੀਆ ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ ਜਿਸ ਨੂੰ ਵਾਲੰਟੀਅਰ ਸੰਪਾਦਕਾਂ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਦੀ ਆਪਣੀ ਵੈਬਸਾਈਟ ਅਨੁਸਾਰ ਇਹ ਇੱਕ ਆਜ਼ਾਦ ਵਿਸ਼ਵਕੋਸ਼ ਹੈ ਜਿਸ ਉੱਪਰ 5 ਕਰੋੜ ਤੋਂ ਵਧੇਰੇ ਇੰਦਰਾਜ ਦਰਜ ਹਨ। ਇਹ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ।
ਕੰਪਿਊਟਰ, ਮੋਬਾਈਲ, ਕੋਈ ਹੋਰ ਅਜਿਹਾ ਯੰਤਰ ਜਿਸ ਉੱਪਰ ਇੰਟਰਨੈਟ ਚੱਲਦਾ ਹੋਵੇ, ਵਰਤਣ ਵਾਲਾ ਵਿਅਕਤੀ ਵਿਕੀਪੀਡੀਆ ਉੱਪਰ ਪਏ ਗਿਆਨ ਤੱਕ ਬਿਨਾਂ ਲਾਗਿਨ ਆਈਡੀ ਪਾਸਵਰਡ ਭਰੇ ਪਹੁੰਚ ਕਰ ਸਕਦਾ ਹੈ ਅਤੇ ਗਿਆਨ ਹਾਸਲ ਕਰ ਸਕਦਾ ਹੈ। ਬਾਕੀ ਵਿਸ਼ਵਕੋਸ਼ਾਂ ਨਾਲੋਂ ਵਿਕੀਪੀਡੀਆ ਦੀ ਗੱਲ ਵੱਖਰੀ ਇਹ ਹੈ ਕਿ ਕੋਈ ਵੀ ਵਿਅਕਤੀ ਵਿਕੀਪੀਡੀਆ ਦਾ ਗਿਆਨ ਭੰਡਾਰ ਤੋਂ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਇਸ ਵਿੱਚ ਆਪਣਾ ਯੋਗਦਾਨ ਵੀ ਪਾ ਸਕਦਾ ਹੈ, ਭਾਵ ਗਿਆਨ ਸਮੱਗਰੀ ਵਿੱਚ ਵਾਧਾ ਕਰ ਸਕਦਾ ਹੈ। ਜੇਕਰ ਕੋਈ ਗਲਤੀ ਹੈ ਤਾਂ ਉਸ ਵਿੱਚ ਸੋਧ ਵੀ ਕਰ ਸਕਦਾ ਹੈ। ਪੰਜਾਬੀ ਵਿਕੀਪੀਡੀਆ ਵਿੱਚ ਹਰ ਇੱਕ ਸੋਧ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਵਿਕੀਪੀਡੀਆ ਦੇ ਕਿਸੇ ਵੀ ਲੇਖ ਨੂੰ ਸੋਧਣ ਲਈ ਖਾਤਾ ਬਣਾਉਣ ਦਾ ਕੋਈ ਸਖਤ ਨਿਯਮ ਨਹੀਂ ਹੈ। ਬਗੈਰ ਖਾਤਾ ਖੋਲ੍ਹੇ ਕੀਤੀਆਂ ਗਈਆਂ ਸੋਧਾਂ ਦੇ ਰਿਕਾਰਡ ਵਿੱਚ ਇੰਟਰਨੈਟ ਦਾ IP ਨੰਬਰ ਆਉਂਦਾ ਹੈ ਅਤੇ ਖਾਤਾ ਖੋਲ੍ਹ ਕੇ ਕੀਤੀਆਂ ਗਈਆਂ ਸੋਧਾਂ ਵਿੱਚ ਵਰਤੋਂਕਾਰ ਵੱਲੋਂ ਰੱਖਿਆ ਵਰਤੋਂਕਾਰ ਨਾਮ ਰਿਕਾਰਡ ਵਿੱਚ ਦਰਜ ਹੁੰਦਾ ਹੈ। IP ਐਡਰੈਸ ਦੇ ਨਾਲ ਜਿਹੜਾ ਸੋਧ ਕਰਦਾ ਹੈ ਉਹਦਾ ਨਾਮ ਪੋਰਟਲ ਦਰਜ ਕਰ ਲੈਂਦਾ ਹੈ। ਵਿਕੀਪੀਡੀਆ ਦਾ ਉਦੇਸ਼ ਹਰ ਕਿਸਮ ਦੇ ਗਿਆਨ ਨੂੰ ਲੋਕਾਂ ਤੱਕ ਮੁਫਤ ਵਿੱਚ ਪਹੁੰਚਾਉਣਾ ਹੈ। ਇਸ ਬਾਰੇ ਵਿਕੀਪੀਡੀਆ ਦਾ ਬਾਨੀ ਜਿਮੀ ਵੈਲਜ਼ ਲਿਖਦਾ ਹੈ, ਇੱਕ ਅਜਿਹੇ ਸੰਸਾਰ ਦੀ ਕਲਪਨਾ ਕਰੋ ਜਿਸ ਵਿੱਚ ਹਰ ਇੱਕ ਇਨਸਾਨ ਦੀ ਸਾਰੀ ਮਨੁੱਖਤਾ ਦੇ ਗਿਆਨ ਤੱਕ ਮੁਫਤ ਪਹੁੰਚ ਹੋਵੇ। ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਜਿਮੀ ਵੈਲਜ਼ ਇਹਦੇ ਬਾਰੇ ਕੀ ਕਹਿੰਦਾ ਹੈ, ਇੱਕ ਅਜਿਹੇ ਸੰਸਾਰ ਦੀ ਕਲਪਨਾ ਜਿਸ ਵਿੱਚ ਹਰ ਇੱਕ ਇਨਸਾਨ ਦੀ ਸਾਰੀ ਮਨੁੱਖਤਾ ਦੇ ਗਿਆਨ ਤੱਕ ਮੁਫਤ ਪਹੁੰਚ ਹੋਵੇ। ਅਸੀਂ ਇਹ ਕਰ ਰਹੇ ਹਾਂ। ਵਿਕੀਪੀਡੀਆ ਦਾ ਮਕਸਦ ਸਮੁੱਚੇ ਵਿਸ਼ਵ ਦੇ ਗਿਆਨ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਪਾਠਕਾਂ ਤੱਕ ਮੁਫਤ ਪਹੁੰਚਾਉਣਾ ਹੈ। ਵਿਕੀਪੀਡੀਆ ਨੂੰ ਅੰਦਾਜ਼ਨ ਹਰ ਮਹੀਨੇ 1.5 ਬਿਲੀਅਨ ਪਾਠਕ ਪੜ੍ਹਦੇ ਹਨ ਅਤੇ 9 ਕਰੋੜ ਤੋਂ ਵੱਧ ਵਿਕੀਪੀਡੀਆ ਦੇ ਸੰਪਾਦਕ ਹਨ। ਵਿਕੀ ਅਤੇ ਵਿਕੀਪੀਡੀਆ ਆਮ ਕਰਕੇ ਵਿਕੀ ਅਤੇ ਵਿਕੀਪੀਡੀਆ ਦੀ ਸਮਾਨ ਅਰਥਾਂ ਦੇ ਵਿੱਚ ਵਰਤੋਂ ਕਰ ਲਈ ਜਾਂਦੀ ਹੈ। ਵਿਕੀਵਰਡ ਕਨਿੰਗਮ ਦੁਆਰਾ ਤਿਆਰ ਕੀਤਾ ਇੱਕ ਸੌਫਟਵੇਅਰ ਹੈ। ਵਿਕੀਵਰਡ ਕਨਿੰਗਮ ਦੁਆਰਾ ਤਿਆਰ ਕੀਤਾ ਇੱਕ ਸੌਫਟਵੇਅਰ ਹੈ ਜਿਸ ਨੂੰ 25 ਮਾਰਚ 1995 ਨੂੰ c2.com ਨਾਮ ਦੀ ਵੈਬਸਾਈਟ ਉੱਪਰ ਰੱਖਿਆ ਗਿਆ ਸੀ। ਇਹ ਇੱਕ ਅਜਿਹਾ ਸੌਫਟਵੇਅਰ ਹੈ ਜੋ ਸਭ ਰੋਕਾਂ ਤੋਂ ਮੁਕਤ ਹੈ। ਇਹ ਸੌਫਟਵੇਅਰ ਵਰਤੋਂਕਾਰਾਂ ਨੂੰ ਜਾਣਕਾਰੀ ਪਾਉਣ ਜਾਂ ਹਟਾਉਣ ਦਾ ਹੱਕ ਦਿੰਦਾ ਹੈ। ਵਿਕੀਪੀਡੀਆ ਸੰਸਾਰ ਦੀਆਂ ਉਹਨਾਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ ਜੋ ਵਾਰਡ ਕਨਿੰਗਮ ਦੁਆਰਾ ਦਿੱਤੇ ਸਿਧਾਂਤ ਦੇ ਆਧਾਰ ਤੇ ਚੱਲਦੀਆਂ ਹਨ। ਵਿਕੀਮੀਡੀਆ ਫਾਊਂਡੇਸ਼ਨ ਨੇ ਵਿਕੀਮੀਡੀਆ ਫਾਊਂਡੇਸ਼ਨ ਨੇ ਵਿਕੀ ਆਧਾਰਿਤ ਮੀਡੀਆ ਵਿਕੀ ਨਾਮ ਦਾ ਸੌਫਟਵੇਅਰ 2001 ਦੇ ਵਿੱਚ ਵਿਕਸਿਤ ਕੀਤਾ ਸੀ, ਜਿਸ ਰਾਹੀਂ ਫਾਊਂਡੇਸ਼ਨ ਵਿਕੀਪੀਡੀਆ ਸਮੇਤ ਆਪਣੇ ਹੋਰ ਪ੍ਰੋਜੈਕਟ ਚਲਾਉਂਦੀ ਹੈ। ਵਿਕੀਪੀਡੀਆ ਦੇ ਇਤਿਹਾਸ ਬਾਰੇ ਜਾਣਦੇ ਹਾਂ। ਵਿਕੀਪੀਡੀਆ ਤੋਂ ਪਹਿਲਾਂ ਵਰਤੋਂਕਾਰ ਸਮੂਹ ਦੁਆਰਾ ਸਹਿਯੋਗੀ ਰੂਪ ਵਿੱਚ ਆਨਲਾਈਨ ਨੂਪੀਡੀਆ ਨਾਮ ਦਾ ਇੱਕ ਵਿਸ਼ਵਕੋਸ਼ 9 ਮਾਰਚ 2000 ਵਿੱਚ ਰਿਲੀਜ਼ ਕੀਤਾ ਗਿਆ ਸੀ, ਪਰ ਇਸ ਵਿਸ਼ਵਕੋਸ਼ ਨੂੰ ਬਹੁਤੀ ਕਾਮਯਾਬੀ ਨਹੀਂ ਮਿਲੀ। ਨੂਪੀਡੀਆ ਵਿਸ਼ਵਕੋਸ਼ ਦੇ CEO ਜਿਮੀ ਵੈਲਜ਼ ਅਤੇ ਮੁੱਖ ਸੰਪਾਦਕ ਲੈਰੀ ਸਾਂਗਰ ਸਨ, ਜੋ ਬਾਅਦ ਵਿੱਚ ਦੋਵੇਂ ਵਿਕੀਪੀਡੀਆ ਦੇ ਬਾਨੀ ਬਣੇ। ਨੂਪੀਡੀਆ ਇੱਕ ਅੰਗਰੇਜ਼ੀ ਦਾ ਮੁਫਤ ਵਿਸ਼ਵਕੋਸ਼ ਸੀ ਜਿਸ ਵਿੱਚ ਮਾਹਰਾਂ ਦੁਆਰਾ ਲੇਖ ਲਿਖੇ ਜਾਂਦੇ ਸਨ। ਰਸਮੀ ਪ੍ਰਕਿਰਿਆ ਦੇ ਤਹਿਤ ਉਹਨਾਂ ਲੇਖਾਂ ਦੀ ਸਮੀਖਿਆ ਕੀਤੀ ਜਾਂਦੀ ਸੀ ਅਤੇ ਫਿਰ ਉਹਨਾਂ ਨੂੰ ਵਿਸ਼ਵਕੋਸ਼ ਉੱਪਰ ਅਪਲੋਡ ਕੀਤਾ ਜਾਂਦਾ ਸੀ। ਅੰਗਰੇਜ਼ੀ ਵਿਕੀਪੀਡੀਆ ਦੀ ਸ਼ੁਰੂਆਤ 15 ਜਨਵਰੀ 2001 ਨੂੰ ਜਿਮੀ ਵੈਲਜ਼ ਅਤੇ ਲੈਰੀ ਸਾਂਗਰ ਵੱਲੋਂ ਕੀਤੀ ਗਈ ਸੀ। ਅੰਗਰੇਜ਼ੀ ਵਿਕੀਪੀਡੀਆ ਦੀ ਸ਼ੁਰੂਆਤ ਨੂਪੀਡੀਆ ਦੇ ਅਗਲੇਰੇ ਕਦਮ ਵਜੋਂ ਹੀ ਕੀਤੀ ਗਈ ਸੀ ਅਤੇ ਵਿਕੀਪੀਡੀਆ ਨੇ ਸ਼ੁਰੂਆਤੀ ਸਹਿਯੋਗ ਨੂਪੀਡੀਆ ਤੋਂ ਹੀ ਲਿਆ। 2003 ਤੱਕ ਨੂਪੀਡੀਆ ਵਿਕੀਪੀਡੀਆ ਦੇ ਨਾਲੋਂ ਨਾਲ ਮੌਜੂਦ ਰਿਹਾ, ਫਿਰ ਇਸ ਦੇ ਸਰਵਰਾਂ ਨੂੰ ਇੰਟਰਨੈਟ ਤੇ ਪੱਕੇ ਤੌਰ ਤੇ ਹਟਾ ਦਿੱਤਾ ਗਿਆ। ਨੂਪੀਡੀਆ ਦਾ ਗਿਆਨ ਸਮੱਗਰੀ ਨੂੰ ਅੰਗਰੇਜ਼ੀ ਵਿਕੀਪੀਡੀਆ ਵਿੱਚ ਹੀ ਸ਼ਾਮਿਲ ਕਰ ਲਿਆ ਗਿਆ। 2004 ਦੇ ਅੰਤ ਤੱਕ ਵਿਕੀਪੀਡੀਆ ਨੇ ਪੰਜਾਬੀ ਭਾਸ਼ਾ ਸਮੇਤ 161 ਭਾਸ਼ਾਵਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਦੇ ਤੌਰ ਤੇ ਪ੍ਰਚਲਿਤ ਹੋਣ ਲੱਗਿਆ।
ਅੰਗਰੇਜ਼ੀ ਵਿਕੀਪੀਡੀਆ ਉੱਪਰ ਲੇਖਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਐਡਰਿਊ ਲੀ ਦੇ ਅਨੁਸਾਰ ਜਨਵਰੀ 2001 ਦੇ ਅਖੀਰ ਵਿੱਚ ਅੰਗਰੇਜ਼ੀ ਵਿਕੀਪੀਡੀਆ ਉੱਤੇ 600 ਦੇ ਕਰੀਬ ਆਰਟੀਕਲ ਹੋ ਗਏ ਅਤੇ 12 ਫਰਵਰੀ 2000 'ਚ ਇਹ ਗਿਣਤੀ 1000 ਤੱਕ ਪਹੁੰਚ ਗਈ। ਇੱਕ ਸਾਲ ਬਾਅਦ ਜਨਵਰੀ 2002 ਵਿੱਚ ਇਸ ਉੱਤੇ ਮੌਜੂਦ ਆਰਟੀਕਲਾਂ ਦੀ ਗਿਣਤੀ 20,000 ਹੋ ਗਈ। ਪ੍ਰਬੰਧਕਾਂ ਅਨੁਸਾਰ ਉਸ ਸਮੇਂ ਵਿਕੀਪੀਡੀਆ ਉੱਤੇ ਰੋਜ਼ 200 ਲੋਕ ਕੰਮ ਕਰਦੇ ਸਨ ਅਤੇ ਸਮੁੱਚੇ ਰੂਪ ਵਿੱਚ ਇਸ ਦਾ ਯੋਗਦਾਨ ਪਾਉਣ ਵਾਲੇ 1000 ਦੇ ਕਰੀਬ ਸਨ। ਮਾਰਚ 2003 ਵਿੱਚ ਵਿਕੀਪੀਡੀਆ 'ਤੇ ਮੌਜੂਦ ਆਰਟੀਕਲਾਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਗਈ ਅਤੇ ਵਿਕੀਪੀਡੀਆ ਵਪਾਰਕ ਆਨਲਾਈਨ ਗਿਆਨ ਕੋਸ਼ਾਂ ਦੇ ਬਰਾਬਰ ਆ ਖੜਾ ਹੋਇਆ। ਮਾਰਚ 2005 ਵਿੱਚ ਵਿਕੀਪੀਡੀਆ ਦੇ 5 ਲੱਖ ਤੋਂ ਵੱਧ ਆਰਟੀਕਲ ਹੋ ਗਏ ਅਤੇ 2007 ਵਿੱਚ 20 ਲੱਖ ਤੋਂ ਵੱਧ ਆਰਟੀਕਲ ਬਣ ਗਏ। ਅੰਗਰੇਜ਼ੀ ਵਿਕੀਪੀਡੀਆ ਨੇ 9 ਸਤੰਬਰ 2007 ਨੂੰ 2 ਮਿਲੀਅਨ ਲੇਖਾਂ ਦਾ ਅੰਕੜਾ ਪੂਰਾ ਕਰ ਲਿਆ। ਇਸ ਤੇ ਚੀਨ ਦੇ ਯੋਗਲ ਵਿਸ਼ਵ ਕੋਸ਼ ਨੂੰ ਪਛਾੜ ਦਿੱਤਾ। ਇੰਪੋਰਟੈਂਟ ਟਾਕ ਹੈ। ਅੰਗਰੇਜ਼ੀ ਵਿਕੀਪੀਡੀਆ ਨੇ 9 ਸਤੰਬਰ 2007 ਨੂੰ 2 ਮਿਲੀਅਨ ਲੇਖਾਂ ਦਾ ਅੰਕੜਾ ਪਾਰ ਕਰ ਲਿਆ ਅਤੇ ਇਸ ਨੇ ਚੀਨ ਦੇ ਯੋਂਗਲ ਵਿਸ਼ਵ ਕੋਸ਼ ਨੂੰ ਪਛਾੜ ਦਿੱਤਾ, ਜੋ ਕਿ ਪਿਛਲੇ 600 ਸਾਲਾਂ ਤੋਂ ਵਿਸ਼ਵ ਦਾ ਸਭ ਤੋਂ ਵੱਡਾ ਵਿਸ਼ਵ ਕੋਸ਼ ਸੀ। ਮਾਰਚ 2020 ਤੱਕ ਅੰਗਰੇਜ਼ੀ ਵਿਕੀਪੀਡੀਆ ਉੱਪਰ ਕੰਮ ਕਰਨ ਵਾਲੇ 1.5 ਲੱਖ ਦੇ ਕਰੀਬ ਸਰਗਰਮ ਵਰਤੋਂਕਾਰ, 1200 ਦੇ ਕਰੀਬ ਐਡਮਿਨ ਅਤੇ 6 ਮਿਲੀਅਨ ਤੋਂ ਵੱਧ ਲੇਖ ਹਨ। ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਵਿਕੀਪੀਡੀਆ ਨੇ 15 ਮਾਰਚ 2001 ਨੂੰ ਫਰਾਂਸੀਸੀ, ਜਰਮਨ ਅਤੇ ਸਪੇਨੀ ਜ਼ੁਬਾਨਾਂ ਦੇ ਵਿੱਚ ਵਿਕੀਪੀਡੀਆ ਦੇ ਡੋਮੇਨ ਨਾਮ ਲੈ ਲਏ ਸਨ। ਉਸ ਤੋਂ ਅਗਲੇ ਹੀ ਦਿਨ ਜਰਮਨ ਭਾਸ਼ਾ ਦੇ ਵਿਕੀਪੀਡੀਆ ਦੀ ਸ਼ੁਰੂਆਤ ਹੋ ਗਈ। ਉਸ ਤੋਂ ਇੱਕ ਹਫ਼ਤਾ ਬਾਅਦ ਫਰਾਂਸੀਸੀ ਵਿਕੀਪੀਡੀਆ ਨੇ ਜਨਮ ਲੈ ਲਿਆ। ਸੰਨ 2001 ਵਿੱਚ ਸ਼ੁਰੂ ਹੋਣ ਵਾਲੇ ਕੁਝ ਹੋਰ ਵਿਕੀਪੀਡੀਆ ਇਸ ਪ੍ਰਕਾਰ ਸਨ: ਜੂਨ 2001 ਵਿੱਚ ਜਾਪਾਨੀ, ਮਈ 2001 ਵਿੱਚ ਇਟਾਲੀਅਨ, ਸਵੀਡਿਸ਼, ਸਪੇਨੀ ਅਤੇ ਰੂਸੀ ਅਤੇ ਸਤੰਬਰ 2001 ਵਿੱਚ ਪੋਲਿਸ਼। ਹੌਲੀ-ਹੌਲੀ ਵਿਕੀਪੀਡੀਆ ਦੀਆਂ ਭਾਸ਼ਾਵਾਂ ਦੀ ਗਿਣਤੀ ਵੱਧਦੀ ਰਹੀ। ਹੁਣ ਵਿਕੀਪੀਡੀਆ 309 ਭਾਸ਼ਾਵਾਂ ਦੇ ਵਿੱਚ ਉਪਲਬਧ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਵਿਕੀਪੀਡੀਆ ਦੀ ਇਹ ਗਿਣਤੀ ਸੰਨ 2020 ਦੀ ਹੈ। ਜੁਲਾਈ 2021 ਤੱਕ ਇਹ ਅੰਕੜਾ 323 ਭਾਸ਼ਾਵਾਂ ਤੱਕ ਪਹੁੰਚ ਗਿਆ ਹੈ। ਪੁਆਇੰਟ ਨੰਬਰ 5, ਪੰਜਾਬੀ ਵਿਕੀਪੀਡੀਆ ਦਾ ਇਤਿਹਾਸ। ਪੰਜਾਬੀ ਭਾਸ਼ਾ ਵਿੱਚ 2 ਵਿਕੀਪੀਡੀਆ, ਇੱਕ ਗੁਰਮੁਖੀ ਲਿਪੀ ਵਿੱਚ ਪੰਜਾਬੀ ਵਿਕੀਪੀਡੀਆ ਅਤੇ ਦੂਜਾ ਸ਼ਾਹਮੁਖੀ ਲਿਪੀ ਵਿੱਚ ਪੰਜਾਬੀ ਵਿਕੀਪੀਡੀਆ ਮਿਲਦੇ ਹਨ। 2 ਲਿਪੀਆਂ ਵਿੱਚ ਮਿਲਦੇ ਪੰਜਾਬੀ ਵਿਕੀਪੀਡੀਆ ਉੱਪਰ ਸੰਸਾਰ ਵਿੱਚ ਕਿਤੇ ਵੀ ਬੈਠਾ ਕੋਈ ਵੀ ਵਿਅਕਤੀ ਇੰਟਰਨੈਟ ਦੀ ਮਦਦ ਦੇ ਨਾਲ ਇਹਨਾਂ ਤੋਂ ਗਿਆਨ ਹਾਸਲ ਕਰ ਸਕਦਾ ਹੈ ਅਤੇ ਇਹਨਾਂ ਦਾ ਸੰਪਾਦਨ ਵੀ ਕਰ ਸਕਦਾ ਹੈ। ਪੰਜਾਬੀ ਵਿਕੀਪੀਡੀਆ ਗੁਰਮੁਖੀ ਪੂਰਬੀ ਪੰਜਾਬ ਭਾਰਤ ਅਤੇ ਪੰਜਾਬੀ ਵਿਕੀਪੀਡੀਆ ਸ਼ਾਹਮੁਖੀ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਪ੍ਰਚਲਿਤ ਹੈ। ਗੁਰਮੁਖੀ ਪੰਜਾਬੀ ਵਿਕੀਪੀਡੀਆ 3 ਜੂਨ 2002 ਵਿੱਚ ਸ਼ੁਰੂ ਹੋਇਆ ਅਤੇ ਸ਼ਾਹਮੁਖੀ ਪੰਜਾਬੀ ਵਿਕੀਪੀਡੀਆ 24 ਅਕਤੂਬਰ 2008 ਨੂੰ ਹੋਂਦ ਵਿੱਚ ਆਇਆ। ਇਸ ਖੋਜ ਕਾਰਜ ਵਿੱਚ ਅਸੀਂ ਕੇਵਲ ਗੁਰਮੁਖੀ ਲਿਪੀ ਵਿੱਚ ਉਪਲਬਧ ਵਿਕੀਪੀਡੀਆ ਦਾ ਹੀ ਅਧਿਐਨ ਕੀਤਾ ਹੈ। ਪੰਜਾਬੀ ਵਿਕੀਪੀਡੀਆ ਦੀ ਸ਼ੁਰੂਆਤ ਭਾਵੇਂ 3 ਜੂਨ 2002 ਨੂੰ ਹੋ ਗਈ ਸੀ, ਪਰ ਮੁੱਢਲੇ ਕੁਝ ਸਾਲਾਂ ਵਿੱਚ ਇਸ ਉੱਪਰ ਕੰਮ ਕਰਨ ਦੀ ਰਫ਼ਤਾਰ ਬਹੁਤ ਮੱਠੀ ਰਹੀ। 31 ਦਸੰਬਰ 2021 ਤੱਕ ਪੰਜਾਬੀ ਵਿਕੀਪੀਡੀਆ ਉੱਪਰ ਲੇਖਾਂ ਦੀ ਗਿਣਤੀ ਲਗਭਗ 37,000 ਹੈ ਅਤੇ ਲਗਭਗ ਇਸ ਸਮੇਂ ਤੱਕ ਅੰਗਰੇਜ਼ੀ ਵਿਕੀਪੀਡੀਆ ਉੱਪਰ ਲੇਖਾਂ ਦੀ ਗਿਣਤੀ 64 ਲੱਖ ਤੋਂ ਵਧੇਰੇ ਹੈ। ਅੰਕੜਿਆਂ ਤੋਂ ਦੇਖਿਆ ਜਾ ਸਕਦਾ ਹੈ ਕਿ ਅੰਗਰੇਜ਼ੀ ਭਾਸ਼ਾ ਦਾ ਸੰਸਾਰ ਦੇ ਬਾਕੀ ਗਿਆਨ ਸਰੋਤਾਂ ਤੋਂ ਇਲਾਵਾ ਇੰਟਰਨੈਟ ਉੱਪਰ ਵੀ ਦਬਦਬਾ ਹੈ। ਭਾਵੇਂ ਕਿ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਤੋਂ ਸਾਲ ਕੁ ਬਾਅਦ ਹੀ ਹੋਂਦ ਵਿੱਚ ਆਇਆ, ਪਰ ਇਸ ਦੇ ਵਿਕਾਸ ਦੀ ਰਫ਼ਤਾਰ ਹੋਰਨਾਂ ਭਾਰਤੀ ਭਾਸ਼ਾਵਾਂ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਮੁਕਾਬਲੇ ਮੁੱਢ ਤੋਂ ਹੀ ਮੱਠੀ ਰਹੀ ਹੈ। ਪੰਜਾਬੀ ਵਿਕੀਪੀਡੀਆ ਉੱਪਰ 1 ਅਪ੍ਰੈਲ 2020 ਤੱਕ 32,000 ਤੋਂ ਵੱਧ ਲੋਕ ਆਪਣੇ ਖਾਤੇ ਬਣਾ ਚੁੱਕੇ ਹਨ। ਪੰਜਾਬੀ ਵਿਕੀਪੀਡੀਆ ਉੱਪਰ ਸਰਗਰਮ ਵਰਤੋਂਕਾਰਾਂ ਦੀ ਗਿਣਤੀ 125 ਹੈ। ਵਿਕੀਪੀਡੀਆ ਦੇ ਸਾਰੇ ਪ੍ਰਬੰਧ ਨੂੰ ਚਲਾਉਣ ਲਈ ਹੋ ਰਹੀਆਂ ਸੋਧਾਂ ਤੇ ਨਿਗਰਾਨੀ ਰੱਖਣ ਲਈ 8
ਪ੍ਰਸ਼ਾਸਕ ਐਡਮਿਨ ਵੀ ਹਨ। ਪੰਜਾਬੀ ਵਿਕੀਪੀਡੀਆ ਦੇ ਸ਼ੁਰੂਆਤੀ ਮਹੀਨੇ ਹੀ ਇਸ ਦੇ ਪਹਿਲਾ ਲੇਖ ਲਿਖਿਆ ਗਿਆ। ਪੰਜਾਬੀ ਵਿਕੀਪੀਡੀਆ ਦੇ ਸ਼ੁਰੂਆਤੀ ਮਹੀਨੇ ਵਿੱਚ ਹੀ ਇਸ 'ਤੇ ਪਹਿਲਾ ਲੇਖ ਲਿਖਿਆ ਗਿਆ ਅਤੇ ਇਸ ਤੋਂ ਅਗਲੇ 2 ਸਾਲਾਂ ਤੱਕ ਕੋਈ ਤਬਦੀਲੀ ਨਹੀਂ ਆਈ। ਜਨਵਰੀ 2005 ਤੱਕ ਪੰਜਾਬੀ ਵਿਕੀਪੀਡੀਆ ਉੱਪਰ ਲੇਖਾਂ ਦੀ ਗਿਣਤੀ 1 ਉੱਪਰ ਹੀ ਟਿਕੀ ਰਹੀ ਅਤੇ ਫਰਵਰੀ 2005 ਵਿੱਚ ਇੱਕ ਹੋਰ ਲੇਖ ਲਿਖਿਆ ਗਿਆ ਅਤੇ ਲੇਖਾਂ ਦੀ ਗਿਣਤੀ 2 ਹੋ ਗਈ। ਇਸ ਤੋਂ ਬਾਅਦ ਵੀ ਪੰਜਾਬੀ ਵਿਕੀਪੀਡੀਆ 'ਤੇ ਲੇਖ ਲਿਖਣ ਦੇ ਕੰਮ ਵਿੱਚ ਕੋਈ ਵੱਡੀ ਹਿਲਜੁਲ ਨਹੀਂ ਹੋਈ। ਸ਼ੁਰੂਆਤ ਤੋਂ ਲੈ ਕੇ 4 ਸਾਲ ਬਾਅਦ ਜੂਨ 2006 ਤੱਕ ਪੰਜਾਬੀ ਵਿਕੀਪੀਡੀਆ 'ਤੇ ਲੇਖਾਂ ਦੀ ਗਿਣਤੀ 39 ਹੋ ਗਈ ਅਤੇ ਜੂਨ 2007 ਤੱਕ ਇਹ ਗਿਣਤੀ 191 ਪਹੁੰਚ ਗਈ। ਅਪ੍ਰੈਲ 2009 ਵਿੱਚ ਲੇਖਾਂ ਦੀ ਗਿਣਤੀ 1000 ਦੀ ਹੱਦ ਟੱਪ ਗਈ ਅਤੇ ਜੂਨ 2012 ਵਿੱਚ ਪੰਜਾਬੀ ਵਿਕੀਪੀਡੀਆ ਦੀ ਸ਼ੁਰੂਆਤ ਤੋਂ ਲੈ 10 ਸਾਲ ਬਾਅਦ ਇਹ ਗਿਣਤੀ 3400 ਤੱਕ ਪਹੁੰਚ ਗਈ। 2012 ਤੋਂ ਬਾਅਦ ਲੇਖਾਂ ਦੀ ਗਿਣਤੀ ਵਿੱਚ ਵਾਧਾ ਮੁਕਾਬਲਤਨ ਤੇਜ਼ ਹੋਣ ਲੱਗਾ। ਜੂਨ 2013 ਵਿੱਚ ਲੇਖਾਂ ਦੀ ਗਿਣਤੀ 6600, ਅਪ੍ਰੈਲ 2014 ਵਿੱਚ ਇਹ ਗਿਣਤੀ 10000 ਅਤੇ ਮਈ 2015 ਤੱਕ ਗਿਣਤੀ 16988 ਤੱਕ ਪਹੁੰਚ ਗਈ। ਮਈ 2015 ਤੱਕ ਸਾਰੀਆਂ ਭਾਸ਼ਾਵਾਂ ਦੇ ਵਿਕੀਪੀਡੀਆ ਵਿੱਚੋਂ ਲੇਖਾਂ ਦੀ ਗਿਣਤੀ ਅਨੁਸਾਰ ਪੰਜਾਬੀ ਵਿਕੀਪੀਡੀਆ ਦਾ ਸਥਾਨ 106ਵੇਂ ਨੰਬਰ 'ਤੇ ਸੀ ਅਤੇ ਲੇਖਾਂ ਦੀ ਗਿਣਤੀ 21146 ਤੱਕ ਪਹੁੰਚ ਗਈ। ਪੰਜਾਬੀ ਵਿਕੀਪੀਡੀਆ ਨੂੰ ਹੋਂਦ ਵਿੱਚ ਆਏ ਲਗਭਗ 20 ਸਾਲ ਦਾ ਸਮਾਂ ਹੋ ਗਿਆ ਹੈ। ਅਜੇ ਵੀ ਅੰਗਰੇਜ਼ੀ ਅਤੇ ਹੋਰ ਜ਼ੁਬਾਨਾਂ ਦੇ ਵਿਕੀਪੀਡੀਆ ਨਾਲੋਂ ਕਾਫੀ ਪਛੜਿਆ ਹੋਇਆ ਹੈ। ਪੰਜਾਬੀ ਵਿਕੀਪੀਡੀਆ ਉੱਪਰ ਇੰਨੇ ਕੁ ਲੇਖ ਬਣਾਉਣ ਲਈ ਹੀ ਕਾਫੀ ਜੱਦੋਜਹਿਦ ਕਰਨੀ ਪਈ ਹੈ। ਸੰਪਾਦਕਾਂ ਦੀ ਗਿਣਤੀ ਵਧਾਉਣ ਲਈ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਵਿਕੀਮੀਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਆਦਿ ਸ਼ਹਿਰਾਂ ਦੇ ਵਿੱਚ ਵਰਕਸ਼ਾਪਾਂ ਵੀ ਲਗਾਈਆਂ ਗਈਆਂ। ਪੰਜਾਬੀ ਵਿਕੀਮੀਡੀਆ ਦੀ ਪਹਿਲੀ ਵਰਕਸ਼ਾਪ 2012 ਵਿੱਚ ਹੋਈ। 2012 ਤੋਂ ਬਾਅਦ ਸਤੰਬਰ 2015 ਵਿੱਚ ਤੱਕ ਕੋਈ ਵਰਕਸ਼ਾਪ ਨਹੀਂ ਹੋਈ। ਅਕਤੂਬਰ 2015 ਤੱਕ ਚੰਡੀਗੜ੍ਹ ਵਿਖੇ ਵਰਕਸ਼ਾਪ ਲਗਾਈ ਗਈ। ਇਸ ਤੋਂ ਬਾਅਦ ਪੰਜਾਬੀ ਵਿਕੀਮੀਡੀਅਨਜ਼ ਨੇ ਕਾਫੀ ਸਰਗਰਮੀ ਨਾਲ ਮਾਲਵੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਰਕਸ਼ਾਪਾਂ ਦਾ ਆਯੋਜਨ ਕੀਤਾ। ਇਹਨਾਂ ਵਰਕਸ਼ਾਪਾਂ ਨਾਲ ਲੇਖਾਂ ਦੀ ਗਿਣਤੀ ਵਿੱਚ ਕਾਫੀ ਤੇਜ਼ੀ ਦੇ ਨਾਲ ਵਾਧਾ ਹੋਇਆ। ਪੰਜਾਬੀ ਵਿਕੀਪੀਡੀਆ ਉੱਪਰ ਕੰਮ ਕਰਨ ਵਾਲੇ ਸਰਗਰਮ ਵਰਤੋਂਕਾਰਾਂ ਦੀ ਗਿਣਤੀ ਘੱਟ ਹੈ, ਪਰ ਪੰਜਾਬੀ ਵਿਕੀਪੀਡੀਆ ਨੂੰ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਮੁਕਾਬਲਤਨ ਕਾਫੀ ਹੈ। ਜੂਨ 2012 ਦੀ ਇੱਕ ਰਿਪੋਰਟ ਦੇ ਮੁਤਾਬਕ ਪੰਜਾਬੀ ਵਿਕੀਪੀਡੀਆ ਦੇ ਲੇਖਾਂ ਨੂੰ ਇੱਕ ਮਹੀਨੇ ਵਿੱਚ 3,69,000 ਵਾਰ ਦੇਖਿਆ ਜਾਂਦਾ ਸੀ। ਮਈ 2015 ਵਿੱਚ ਇਹ ਗਿਣਤੀ 11,72,000 ਤੱਕ ਪਹੁੰਚ ਗਈ। ਮਾਰਚ 2020 ਤੱਕ ਸਾਰੀਆਂ ਭਾਸ਼ਾਵਾਂ ਦੇ ਵਿਕੀਪੀਡੀਆ ਵਿੱਚੋਂ ਲੇਖਾਂ ਦੀ ਗਿਣਤੀ ਅਨੁਸਾਰ ਪੰਜਾਬੀ ਵਿਕੀਪੀਡੀਆ ਦਾ ਸਥਾਨ 102ਵਾਂ ਹੈ। ਪੰਜਾਬੀ ਵਿਕੀਪੀਡੀਆ ਦਾ ਇਹ ਸਥਾਨ ਲੇਖਾਂ ਦੀ ਗਿਣਤੀ ਦੇ ਅੰਕੜਿਆਂ ਦੇ ਆਧਾਰ ਦੇ ਉੱਪਰ ਹੀ ਨਿਰਧਾਰਤ ਹੈ। ਪੁਆਇੰਟ ਨੰਬਰ 6, ਪੰਜਾਬੀ ਵਿਕੀਪੀਡੀਆ ਦੀਆਂ ਨੀਤੀਆਂ। ਹਾਂਜੀ, ਆਪਾਂ ਗੱਲ ਕਰ ਰਹੇ ਸੀ ਪੰਜਾਬੀ ਵਿਕੀਪੀਡੀਆ ਦੀਆਂ ਨੀਤੀਆਂ ਬਾਰੇ। ਪੰਜਾਬੀ ਵਿਕੀਪੀਡੀਆ ਨੂੰ ਚਲਾਉਣ ਲਈ ਵਿਕੀਮੀਡੀਆ ਦਾ ਫਾਊਂਡੇਸ਼ਨ ਇਸ ਗੱਲ ਦੀ ਆਗਿਆ ਦਿੰਦੀ ਹੈ ਕਿ ਕੁਝ ਮੂਲ ਨੀਤੀਆਂ ਨੂੰ ਛੱਡ ਕੇ ਕਿਸੇ ਵੀ ਭਾਸ਼ਾ ਦਾ ਵਿਕੀਪੀਡੀਆ ਆਪਣੀ ਲੋਕਲ ਨੀਤੀ ਬਣਾ ਸਕਦਾ ਹੈ, ਉਸੇ ਅਨੁਸਾਰ ਆਪਣਾ ਕੰਮ ਕਰ ਸਕਦਾ ਹੈ। ਇਸ ਨੀਤੀ ਨੇ ਹੀ ਵਿਕੀਪੀਡੀਆ ਦੀ ਵੰਡ ਸੁਵੰਨਤਾ ਨੂੰ ਬਰਕਰਾਰ ਰੱਖਿਆ ਹੈ। ਪੰਜਾਬੀ ਵਿਕੀਪੀਡੀਆ ਦੀਆਂ ਨੀਤੀਆਂ ਬਾਰੇ ਪੰਜਾਬੀ ਵਿਕੀਮੀਡੀਅਨਜ਼ ਤੇ ਕੰਟੈਕਟ ਪਰਸਨਜ਼ ਨਾਲ ਹੋਈ ਨਿੱਜੀ ਗੱਲਬਾਤ ਰਾਹੀਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬੀ ਵਿਕੀਪੀਡੀਆ ਦੀ ਆਪਣੀ ਕੋਈ ਵੀ ਲੋਕਲ ਨੀਤੀ ਨਹੀਂ ਬਣਾਈ ਗਈ। ਅੰਗਰੇਜ਼ੀ ਵਿਕੀਪੀਡੀਆ ਵਾਲੀਆਂ ਸਾਰੀਆਂ ਨੀਤੀਆਂ ਹੀ ਪੰਜਾਬੀ ਵਿਕੀਪੀਡੀਆ 'ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਪੁਆਇੰਟ ਨੰਬਰ 6.1, ਵਿਕੀਪੀਡੀਆ ਦੇ 5 ਥੰਮ। ਵਿਕੀਪੀਡੀਆ ਆਪਣੇ ਬੁਨਿਆਦੀ ਅਸੂਲਾਂ ਨੂੰ 5 ਥੰਮ ਨਾਮ ਨਾਲ ਸੰਬੋਧਿਤ ਹੁੰਦਾ ਹੈ, ਜਿਨ੍ਹਾਂ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ। 1.
ਵਿਕੀਪੀਡੀਆ ਕੋਈ ਅਖਬਾਰ, ਰਸਾਲਾ, ਟੂਰਿਸਟ ਗਾਈਡ ਜਾਂ ਇਸ਼ਤਿਹਾਰ ਦੇਣ ਦੀ ਥਾਂ ਨਹੀਂ, ਨਾ ਹੀ ਕੋਈ ਡਾਇਰੈਕਟਰੀ ਜਾਂ ਸ਼ਬਦਕੋਸ਼ ਹੈ। ਰਿਪੀਟ, ਵਿਕੀਪੀਡੀਆ ਕੋਈ ਅਖਬਾਰ, ਰਸਾਲਾ, ਟੂਰਿਸਟ ਗਾਈਡ ਜਾਂ ਇਸ਼ਤਿਹਾਰ ਦੇਣ ਦੀ ਥਾਂ ਨਹੀਂ, ਨਾ ਹੀ ਕੋਈ ਡਾਇਰੈਕਟਰੀ ਜਾਂ ਸ਼ਬਦਕੋਸ਼ ਹੈ। ਆਪਣੀ ਜਾਣਕਾਰੀ ਵਿਕੀਪੀਡੀਆ ਦੇ ਸਾਥੀ ਪ੍ਰੋਜੈਕਟਾਂ 'ਤੇ ਪਾਈ ਜਾ ਸਕਦੀ ਹੈ। ਵਿਕੀਪੀਡੀਆ ਇੱਕ ਵਿਸ਼ਵਕੋਸ਼ ਹੈ ਅਤੇ ਇਸ ਉੱਪਰ ਲਿਖੇ ਜਾਣ ਵਾਲੇ ਲੇਖ ਵਿਸ਼ੇਸ਼ ਅਹਿਮੀਅਤ ਵਾਲੇ ਹੋਣੇ ਚਾਹੀਦੇ ਹਨ। 2. ਵਿਕੀਪੀਡੀਆ ਇੱਕ ਨਿਰਪੱਖ ਨਜ਼ਰੀਏ ਤੋਂ ਲਿਖਿਆ ਜਾਣ ਵਾਲਾ ਕੋਸ਼ ਹੈ। ਵਿਕੀਪੀਡੀਆ ਉੱਪਰ ਲੇਖ ਭਰੋਸੇਯੋਗ ਸਰੋਤਾਂ ਦੇ ਆਧਾਰ 'ਤੇ ਹੀ ਲਿਖੇ ਜਾ ਸਕਦੇ ਹਨ। 3. ਵਿਕੀਪੀਡੀਆ ਉੱਪਰ ਸਾਰੀ ਸਮੱਗਰੀ ਆਜ਼ਾਦ ਹੈ। ਵਿਕੀਪੀਡੀਆ ਉੱਪਰ ਸਾਰੀ ਸਮੱਗਰੀ ਆਜ਼ਾਦ ਹੈ। ਇਸ ਵਿੱਚ ਕੋਈ ਵੀ ਫੇਰਬਦਲ ਕਰ ਸਕਦਾ ਹੈ ਅਤੇ ਕੋਈ ਵੀ ਇਸ ਨੂੰ ਵਰਤ ਸਕਦਾ ਹੈ। ਸਾਹਿਤਕ ਚੋਰੀ ਭਾਵ ਕਿਸੇ ਦੇ ਕੰਮ ਨੂੰ ਆਪਣਾ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵਿਕੀਪੀਡੀਆ ਦੇ ਵਰਤੋਂਕਾਰ ਇੱਕ ਦੂਜੇ ਨਾਲ ਅਦਬ ਨਾਲ ਪੇਸ਼ ਆਉਣ। ਕਿਸੇ ਲੇਖ ਉੱਪਰ ਕੰਮ ਕਰਦੇ ਸਮੇਂ ਵਿਚਾਰਾਂ ਵਿੱਚ ਮਤਭੇਦ ਆਉਣ ਦੀ ਸੂਰਤ ਵਿੱਚ ਟਕਰਾਅ ਤੋਂ ਬਚਣਾ ਚਾਹੀਦਾ ਹੈ ਅਤੇ ਲੇਖ ਦੇ ਗੱਲਬਾਤ ਸਫ਼ੇ 'ਤੇ ਜਾ ਕੇ ਵਿਚਾਰ ਚਰਚਾ ਸ਼ੁਰੂ ਕਰਨੀ ਚਾਹੀਦੀ ਹੈ। 5. ਵਿਕੀਪੀਡੀਆ ਦੇ ਅਸੂਲ ਪੱਥਰ 'ਤੇ ਲੀਕ ਨਹੀਂ ਹਨ। ਵਕਤ ਦੇ ਬਦਲਾਅ ਮੁਤਾਬਕ ਇਹਨਾਂ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਰਹਿੰਦਾ ਜੋ ਪਾਠ ਹੈ ਆਪਾਂ ਨੈਕਸਟ ਅਗਲੇ ਦਿਨ ਪੜ੍ਹਾਂਗੇ। ਧੰਨਵਾਦ।